हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਸੋ ਦੋਸਤੋ ਐਸਐਸਟੀ ਮਾਸਟਰ ਕੇਡਰ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਆਪਣੀ ਤਿਆਰੀ ਚੱਲ ਰਹੀ ਹੈ ਐਮਸੀਕਿਊ ਦੇ ਰੂਪ ਵਿੱਚ। ਸੋ ਆਪਣਾ ਅੱਜ 25 ਨੰਬਰ ਲੈਕਚਰ ਹੈ ਜੀ। ਲੜੀਵਾਰ ਚੱਲੇ ਹੋਏ ਆ ਆਪਾਂ। ਪਹਿਲਾਂ ਪ੍ਰਾਚੀਨ ਇਤਿਹਾਸ ਦੀ ਗੱਲਬਾਤ ਕਰੀ ਸਾਰੀ ਹੜੱਪਾ ਸੱਭਿਅਤਾ ਤੋਂ ਲੈ ਕੇ ਹੁਣ ਆਪਾਂ ਮੱਧਕਾਲ ਦੇ ਅਖੀਰ ਦੇ ਵਿੱਚ ਆਂਗੇ। ਔਰੰਗਜ਼ੇਬ ਨੂੰ ਆਪਾਂ ਪੜ੍ਹ ਚੁੱਕੇ ਹਾਂ। ਔਰੰਗਜ਼ੇਬ ਤੋਂ ਬਾਅਦ ਬਹੁਤ ਛੋਟੇ ਲੈਵਲ ਦੇ ਮਤਲਬ ਜਿਹੜੇ ਬਾਦਸ਼ਾਹ ਹੋਏ ਸੀਗੇ, ਜਿਹਨੂੰ ਮਤਲਬ ਔਰੰਗਜ਼ੇਬ ਦੇ ਸਮੇਂ ਤੋਂ ਬਾਅਦ ਉੱਤਰਕਾਲੀਨ ਮੁਗਲ ਸਮੇਂ ਦੀ ਗੱਲ ਜਿਹੜੀ ਚੱਲ ਰਹੀ ਸੀਗੀ। ਸੋ ਉਹਦੇ ਵਿੱਚ ਆਪਾਂ ਬਹਾਦਰ ਸ਼ਾਹ ਜਾਂ ਹੋਰ ਜਿੰਨੇ ਵੀ ਹੋਣਗੇ ਆਪਾਂ ਹੈ ਨਾ ਆਖਰੀ ਮੁਗਲ ਬਾਦਸ਼ਾਹ ਤੱਕ ਇੰਪੋਰਟੈਂਟ ਜਿਹੜੇ ਪ੍ਰਸ਼ਨ ਬਣਨਗੇ ਉਹ ਪੜ੍ਹਾਂਗੇ, ਅਤੇ ਵਿੱਚੋਂ ਪਿਛਲੇ ਸਮੇਂ ਦੇ ਨਾਲ ਵੀ ਪ੍ਰਸ਼ਨ ਸੰਬੰਧਿਤ ਹੋਣਗੇ। ਸੋ ਜੁੜੇ ਰਹੋ ਚੈਨਲ ਦੇ ਨਾਲ। ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਜੀ ਸਬਸਕ੍ਰਾਈਬ ਕਰ ਲਿਓ ਦੋਸਤੋ। ਸ਼ੁਰੂ ਕਰੀਏ ਜੀ। ਪਹਿਲਾ ਪ੍ਰਸ਼ਨ, ਬਹਾਦਰ ਸ਼ਾਹ ਪਹਿਲੇ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸੋ ਦੋਸਤੋ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ। ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋਣ ਤੋਂ ਬਾਅਦ ਉਹਦੇ ਜਿਹੜੇ ਉੱਤਰਾਧਿਕਾਰੀ ਸੀ ਉਹਨਾਂ ਨੇ ਆਪਣਾ ਰਾਜ ਸ਼ੁਰੂ ਕੀਤਾ, ਪਰ ਉਦੋਂ ਮੁਗਲ ਜਿਹੜਾ ਹੈਗਾ ਸੀ, ਮੁਗਲ ਸਮਾਂ ਸੀ, ਉਹ ਢਹਿੰਦੀਆਂ ਕਲਾਂ ਦੇ ਵਿੱਚ ਚਲਿਆ ਗਿਆ ਸੀਗਾ। ਔਰੰਗਜ਼ੇਬ ਤੱਕ ਮਤਲਬ ਵੱਡੇ ਪੱਧਰ 'ਤੇ ਇਹਦਾ ਬੋਲਬਾਲਾ ਸੀ। ਸੋ ਉਸ ਤੋਂ ਬਾਅਦ ਉਹਦੇ ਜਿਹੜੇ ਹੈਗੇ ਸੀ ਵਾਰਸ, ਉਹਨਾਂ ਦੇ ਬਾਰੇ ਪੜ੍ਹ ਰਹੇ ਹਾਂ। ਬਾਦਸ਼ਾਹ ਪਹਿਲਾ ਸੀ ਜਿਹੜਾ ਬਹਾਦਰ ਸ਼ਾਹ ਪਹਿਲਾ ਸੀ, ਇਹ ਕੌਣ ਸੀ? ਬਹਾਦਰ ਸ਼ਾਹ ਪਹਿਲਾ ਸੀ ਜਿਹੜਾ, ਇਹ ਸੀ ਜੀ ਔਰੰਗਜ਼ੇਬ ਦਾ ਬੇਟਾ। ਔਰੰਗਜ਼ੇਬ ਦੇ 3 ਬੇਟੇ ਸੀ, ਮੁਆਜ਼ਮ, ਆਜ਼ਮ ਅਤੇ ਕਾਮ ਬਖਸ਼। ਮੁਆਜ਼ਮ ਨੂੰ ਹੀ ਸ਼ਾਹ ਆਲਮ ਪਹਿਲਾ ਜਾਂ ਬਹਾਦਰ ਸ਼ਾਹ ਪਹਿਲਾ ਕਿਹਾ ਜਾਂਦਾ ਸੀ। ਸੋ ਇਹਨੇ ਉਪਾਧੀ ਧਾਰਨ ਕੀਤੀ ਸ਼ਾਹ ਆਲਮ ਪਹਿਲਾ ਦੀ। ਸਮਝ ਗਏ ਹੋਵੋਗੇ ਗੱਲ ਨੂੰ ਤੁਸੀਂ। ਔਰੰਗਜ਼ੇਬ ਸੀ, ਔਰੰਗਜ਼ੇਬ ਇਹਦੀ ਮੌਤ ਹੋ ਗਈ 1707 'ਚ। 1707 ਦੇ ਵਿੱਚ ਸ਼ਾਹ ਆਲਮ ਪਹਿਲਾ, ਜਿਹਨੂੰ ਬਹਾਦਰ ਸ਼ਾਹ ਪਹਿਲਾ ਵੀ ਕਿਹਾ ਜਾਂਦਾ ਸੀ, ਜਿਹਨੂੰ ਮਤਲਬ ਮੁਆਜ਼ਮ ਵੀ ਕਿਹਾ ਜਾਂਦਾ ਸੀ, ਇਹਦਾ ਵੱਡਾ ਬੇਟਾ ਸੀ ਔਰੰਗਜ਼ੇਬ ਦਾ। ਇਹ ਗੱਦੀ 'ਤੇ ਬੈਠਾ। ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਸੀ ਜੀ। ਦੇਖੋ 1666 ਦੇ ਵਿੱਚ ਤੋਂ ਸ਼ੁਰੂ ਹੋਏ ਆ ਗੁਰੂ ਗੋਬਿੰਦ ਸਿੰਘ ਜੀ, ਅਤੇ 1708 ਦੇ ਵਿੱਚ ਜਾ ਕੇ ਜੋਤੀ ਜੋਤ ਸਮਾਉਂਦੇ ਆ, ਅਤੇ 1707 ਦੇ ਵਿੱਚ ਬਹਾਦਰ ਸ਼ਾਹ ਪਹਿਲਾ ਜਿਹੜਾ ਇਹ ਬਾਦਸ਼ਾਹ ਬਣਿਆ। ਸੋ ਇਹ ਆਪਸ਼ਨ ਨੰਬਰ 1 ਸਹੀ ਹੈ ਜੀ ਪ੍ਰਸ਼ਨ ਦੇ ਅਨੁਸਾਰ। ਸ਼ਾਹ ਆਲਮ ਦੀ ਇਹਨੇ ਹੈਗੀ ਸੀ ਜਿਹੜੀ ਉਪਾਧੀ ਧਾਰਨ ਕੀਤੀ ਸੀ। ਇਹਨੂੰ 3 ਨਾਵਾਂ ਨਾਲ ਜਾਣਿਆ ਜਾਂਦਾ ਹੈ, ਬਹਾਦਰ ਸ਼ਾਹ ਪਹਿਲਾ, ਸ਼ਾਹ ਆਲਮ ਪਹਿਲਾ ਅਤੇ ਮੁਆਜ਼ਮ। ਮੁਆਜ਼ਮ ਇਹਦਾ ਮੁੱਖ ਨਾਂ ਸੀ ਜੀ, ਮੁੱਢਲਾ ਨਾਂ ਸੀ। ਸੋ 2 ਨੰਬਰ ਪ੍ਰਸ਼ਨ ਕਰਦੇ ਹਾਂ ਜੀ। ਜਹਾਂਗੀਰ ਸ਼ਾਹ ਕਿਸ ਦੀ ਮਦਦ ਨਾਲ ਗੱਦੀ 'ਤੇ ਬੈਠਿਆ ਸੀ? ਜ਼ੁਲਫੀਕਾਰ ਖਾਨ ਦੀ ਨਾਲ, ਅਬਦੁਲ ਗਫਾਰ ਖਾਂ, ਫਰੁਖਸੀਆਰ, ਸੈਯਦ ਭਰਾ। ਸੋ ਜਹਾਂਗੀਰ ਖਾਨ ਕੌਣ ਸੀ? ਪਹਿਲਾਂ ਤਾਂ ਇਹ ਦੱਸ ਦਿੰਦੇ, ਇਹਦਾ ਪੀਰੀਅਡ ਸੀ ਜੀ 1712 ਤੋਂ ਲੈ ਕੇ 13, ਬਸ 1 ਸਾਲ, ਮਤਲਬ 1.5 ਸਾਲ ਹੀ ਇਹਨੇ ਰਾਜ ਕੀਤਾ ਜਹਾਂਗੀਰ ਸ਼ਾਹ ਨੇ। ਇਹ ਬਹਾਦਰ ਸ਼ਾਹ ਦਾ ਛੋਟਾ ਬੇਟਾ ਸੀਗਾ। ਬਹਾਦਰ ਸ਼ਾਹ ਦਾ ਛੋਟਾ ਬੇਟਾ ਸੀ। ਇਹ ਕਿਹਦੀ ਮਦਦ ਨਾਲ ਗੱਦੀ 'ਤੇ ਬੈਠਿਆ? ਜ਼ੁਲਫੀਕਾਰ ਦੀ ਨਾਲ। ਇਹ ਜ਼ੁਲਫੀਕਾਰ ਕੌਣ ਸੀ ਜੀ? ਬਹਾਦਰ ਸ਼ਾਹ ਦਾ ਵਜ਼ੀਰ ਸੀਗਾ। ਮਤਲਬ ਇੱਕ ਨਾ ਔਰੰਗਜ਼ੇਬ ਦੇ ਸਮੇਂ ਵਜ਼ੀਰ ਹੁੰਦਾ ਸੀ ਅਮੰਦ ਖਾਂ ਔਰੰਗਜ਼ੇਬ ਦੇ ਸਮੇਂ ਵਜ਼ੀਰ ਰਿਹਾ। ਉਹਦਾ ਬੇਟਾ ਸੀ ਜ਼ੁਲਫੀਕਾਰ, ਜਿਹੜਾ ਮਤਲਬ ਬਹਾਦਰ ਸ਼ਾਹ ਦੇ ਸਮੇਂ ਵਜ਼ੀਰ ਸੀ। ਜਦੋਂ ਬਹਾਦਰ ਸ਼ਾਹ ਦੀ ਮੌਤ ਹੋ ਗਈ, ਜਾਂ ਸ਼ਾਹ ਆਲਮ ਪਹਿਲਾ ਕਹਿ ਲਓ ਜਾਂ ਮੁਆਜ਼ਮ ਕਹਿ ਲਓ, ਜਦੋਂ ਉਹਦੀ ਮੌਤ ਹੋ ਗਈ ਤਾਂ ਇਹ ਵਜ਼ੀਰ ਸੀ ਜ਼ੁਲਫੀਕਾਰ। ਇਹਨੇ ਬਹਾਦਰ ਸ਼ਾਹ ਪਹਿਲੇ ਦੇ ਬੇਟੇ, ਛੋਟੇ ਬੇਟੇ ਜਹਾਂਗੀਰ ਸ਼ਾਹ ਨੂੰ ਗੱਦੀ 'ਤੇ ਬਿਠਾਇਆ ਜੀ। ਸੋ ਇਹ ਜ਼ੁਲਫੀਕਾਰ ਦੀ ਮਦਦ ਦੇ ਨਾਲ ਬੈਠਿਆ ਸੀ। ਆਪਸ਼ਨ ਨੰਬਰ 1 ਸਹੀ ਹੈ ਜੀ। 3 ਨੰਬਰ ਪ੍ਰਸ਼ਨ ਕਰੀਏ ਜੀ। ਮੁਗਲ ਸਾਮਰਾਜ ਦੀਆਂ ਸੀਮਾਵਾਂ ਕਿਸ ਸ਼ਾਸਕ ਦੇ ਸਮੇਂ ਬਹੁਤ ਵੱਧ ਗਈਆਂ? ਔਰੰਗਜ਼ੇਬ ਦੇ ਸਮੇਂ, ਅਕਬਰ ਦੇ, ਜਹਾਂਗੀਰ ਦੇ, ਸ਼ਾਹਜਹਾਂ ਦੇ। ਸੋ ਮੁਗਲ ਸਾਮਰਾਜ ਨੇ ਜਦੋਂ ਵਿਸਤਾਰ ਕੀਤਾ ਵੱਡੇ ਪੱਧਰ 'ਤੇ ਤਾਂ ਔਰੰਗਜ਼ੇਬ ਦੇ ਸਮੇਂ ਕੀਤਾ ਜੀ। ਆਪਸ਼ਨ ਨੰਬਰ 1 ਸਹੀ ਹੈ ਜੀ। 4 ਨੰਬਰ ਪ੍ਰਸ਼ਨ, ਅਬਦੁਲ ਹਾਮਿਦ ਲਾਹੌਰੀ ਦੁਆਰਾ ਰਚਿਤ ਪਾਤਸ਼ਾਹਨਾਮਾ ਕਿਸ ਮੁਗਲ ਬਾਦਸ਼ਾਹ ਬਾਰੇ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਅਬਦੁਲ ਹਾਮਿਦ ਲਾਹੌਰੀ ਮਤਲਬ ਨੇ ਲਿਖੀ ਹੋਈ ਚੀਜ਼ ਸੀ ਜਿਹਦਾ ਨਾਂ ਸੀ ਪਾਤਸ਼ਾਹਨਾਮਾ। ਕਿਹੜੇ ਮੁਗਲ ਬਾਦਸ਼ਾਹ ਬਾਰੇ ਇਹ ਲਿਖੀ ਸੀ ਜੀ? ਔਰੰਗਜ਼ੇਬ, ਅਕਬਰ, ਜਹਾਂਗੀਰ ਜਾਂ ਸ਼ਾਹਜਹਾਂ। ਇਹ ਲਿਖੀ ਸੀ ਦੋਸਤੋ ਸ਼ਾਹਜਹਾਂ ਦੇ ਬਾਰੇ। ਆਪਸ਼ਨ ਨੰਬਰ 4 ਸਹੀ ਹੈ ਜੀ। 5 ਨੰਬਰ ਪ੍ਰਸ਼ਨ, ਮੁਗਲ ਸਾਮਰਾਜ ਦੇ 2 ਬਾਦਸ਼ਾਹ ਜਿਨ੍ਹਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ। ਸੋ ਮੁਗਲ ਸਾਮਰਾਜ ਦੇ ਵਿੱਚ 2 ਅਜਿਹੇ ਬਾਦਸ਼ਾਹ ਹੋਏ ਨੇ ਜੀ ਜਿਨ੍ਹਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਸੀ।
ਆਪਸ਼ਨਾਂ ਦੇ ਵਿੱਚ ਪੜ੍ਹਦੇ ਹਾਂ ਬਾਬਰ ਤੇ ਅਕਬਰ, ਬਾਬਰ ਤੇ ਸ਼ਾਹਜਹਾਂ, ਬਾਬਰ ਤੇ ਜਹਾਂਗੀਰ, ਜਹਾਂਗੀਰ ਤੇ ਅਕਬਰ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਬਾਬਰ ਨੇ ਆਪਣੀ ਜੀਵਨੀ ਲਿਖੀ ਸੀ ਤੇ ਜਹਾਂਗੀਰ ਨੇ ਆਪਣੀ ਜੀਵਨੀ ਲਿਖੀ ਸੀ। ਬਾਬਰ ਦੀ ਜੀਵਨੀ ਨੂੰ ਕਿਹਾ ਜਾਂਦਾ ਸੀ ਤੁਝ ਕੇ ਬਾਬਰੀ, ਤੁਝ ਕੇ ਬਾਬਰੀ, ਜਿਹੜੀ ਕਿ ਤੁਰਕੀ ਦੇ ਵਿੱਚ ਲਿਖੀ ਹੋਈ ਸੀ ਜੀ। ਜਹਾਂਗੀਰ ਦੀ ਜਿਹੜੀ ਸ਼ੈਲੀ ਸੀਗੀ, ਜੀਵਨੀ ਸੀ ਜਿਹੜੀ, ਉਹਨੂੰ ਲਿਖਿਆ ਜਾਂਦਾ ਸੀ ਤੁਝ ਕੇ ਜਹਾਂਗੀਰੀ, ਜਿਹੜੀ ਫਾਰਸੀ ਦੇ ਵਿੱਚ ਲਿਖੀ ਹੋਈ ਸੀ। ਸੋ ਦੋਨਾਂ ਦਾ ਨਾਮ ਨੋਟ ਕਰੋ। ਬਾਬਰ ਨੇ ਲਿਖੀ ਸੀ ਜਿਹੜੀ ਤੁਝ ਕੇ ਬਾਬਰੀ ਤੁਰਕੀ ਦੇ ਵਿੱਚ, ਸੋ ਜਿਹੜੀ ਜਹਾਂਗੀਰ ਨੇ ਲਿਖੀ ਸੀ ਤੁਝ ਕੇ ਜਹਾਂਗੀਰੀ ਫਾਰਸੀ ਦੇ ਵਿੱਚ। ਸੋ ਇਹ ਦੋ ਮੁਗਲ ਸਾਮਰਾਜ ਦੇ ਦੋ ਬਾਦਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਜੀਵਨੀਆਂ ਲਿਖੀਆਂ ਤੇ ਜਿਨ੍ਹਾਂ ਤੇ ਪ੍ਰਸ਼ਨ ਵੀ ਬਣਦੇ ਨੇ ਜੀ। 5 ਨੰਬਰ 6 ਨੰਬਰ ਜੀ, ਝਰੋਖਾ ਦਰਸ਼ਨ ਦੀ ਪ੍ਰਥਾ ਕਿਸ ਮੁਗਲ ਬਾਦਸ਼ਾਹ ਨੇ ਸਮਾਪਤ ਕੀਤੀ? ਸੋ ਇੱਕ ਪ੍ਰਥਾ ਹੁੰਦੀ ਸੀ ਝਰੋਖਾ ਦਰਸ਼ਨ, ਇਹ ਮਤਲਬ ਪ੍ਰਥਾ ਬੰਦ ਕਰ ਦਿੱਤੀ ਸੀ। ਕਿਹੜੇ ਬਾਦਸ਼ਾਹ ਨੇ ਸਮਾਪਤ ਕੀਤੀ? ਸ਼ਾਹਜਹਾਂ, ਅਕਬਰ, ਜਹਾਂਗੀਰ ਜਾਂ ਔਰੰਗਜ਼ੇਬ। ਸੋ ਦੋਸਤੋ ਇਹ ਕੀਤੀ ਸੀ ਔਰੰਗਜ਼ੇਬ ਨੇ। 4 ਨੰਬਰ ਆਪਸ਼ਨ ਸਹੀ ਹੈ। ਹੁਣ ਝਰੋਖਾ ਦਰਸ਼ਨ ਹੈ ਕੀ ਸੀਗਾ? ਝਰੋਖਾ ਦਰਸ਼ਨ ਇੱਕ ਪ੍ਰਥਾ ਬਣਾਈ ਹੋਈ ਸੀ ਵੀ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਰਾਜੇ ਦੀਆਂ, ਉਹ ਨਾ ਮਤਲਬ ਪਰਦੇ ਦੇ ਪਿੱਛੇ ਖੜ੍ਹ ਕੇ ਰਾਜੇ ਨੂੰ ਕੰਮ ਕਰਦੇ ਨੂੰ ਦੇਖਦੀਆਂ ਹੁੰਦੀਆਂ ਸੀਗੀਆਂ। ਇਹ ਉਹਨਾਂ ਦੀ ਇੱਕ ਪ੍ਰਥਾ ਹੁੰਦੀ ਸੀ। ਸਾਹਮਣੇ ਆ ਕੇ ਸਮਾਜ ਦੇ ਨਹੀਂ ਦੇਖਦੀਆਂ ਸੀਗੀਆਂ, ਪਰਦਾ ਲੱਗਿਆ ਹੁੰਦਾ ਸੀ, ਪਰਦੇ ਦੇ ਬੈਕ ਤੇ ਖੜ੍ਹ ਕੇ ਮਤਲਬ ਰਾਜਾ ਜੋ ਵੀ ਕੰਮ ਕਰਦਾ, ਫੈਸਲੇ ਕਰਦਾ, ਕਿਸੇ ਵੀ ਤਰ੍ਹਾਂ ਦੀ ਹੈ ਨਾ ਕੋਈ ਗਤੀਵਿਧੀ ਹੁੰਦੀ, ਉਹ ਮਤਲਬ ਰਾਜੇ ਨੂੰ ਦੇਖਦੀਆਂ। ਇਹ ਪ੍ਰਥਾ ਬੰਦ ਕਰ ਦਿੱਤੀ ਔਰੰਗਜ਼ੇਬ ਨੇ। 7 ਨੰਬਰ ਪ੍ਰਸ਼ਨ ਜੀ, ਅੰਤਿਮ ਮੁਗਲ ਬਾਦਸ਼ਾਹ ਕੌਣ ਸੀ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਅੰਤਿਮ ਮੁਗਲ ਬਾਦਸ਼ਾਹ ਕੌਣ ਸੀ? ਬਹਾਦਰ ਸ਼ਾਹ ਪਹਿਲਾ, ਬਹਾਦਰ ਸ਼ਾਹ ਦੂਜਾ, ਮੁਹੰਮਦ ਸ਼ਾਹ, ਅਹਿਮਦ ਸ਼ਾਹ। ਸੋ ਇਹ ਸੀ ਜੀ ਬਹਾਦਰ ਸ਼ਾਹ ਦੂਜਾ। ਆਪਸ਼ਨ ਨੰਬਰ 2 ਸਹੀ ਹੈ ਜੀ। 1837 ਤੋਂ ਲੈ ਕੇ 1858 ਤੱਕ ਇਹਨੇ ਮਤਲਬ ਜਿਹੜਾ ਸੀ ਵਰਕ ਕੀਤਾ ਸੀ, ਸਾਮਰਾਜ ਸੰਭਾਲਿਆ ਸੀ, ਮੁਗਲ ਬਾਦਸ਼ਾਹ ਰਿਹਾ ਇਹ। ਹੁਣ ਇੱਥੇ ਇੱਕ ਗੱਲ ਇਹ ਜੁੜਦੀ ਹੈ ਜੀ, 1857 ਦੀ ਜਿਹੜੀ ਕ੍ਰਾਂਤੀ ਹੋਈ ਉਦੋਂ ਦੇਖੋ ਉਥਲ ਪੁਥਲ ਕਿੰਨੀ ਹੋਈ, ਔਰ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੇ ਵਿੱਚ ਇੱਕ ਵੱਡਾ ਵਿਦਰੋਹ ਚੱਲਿਆ 1857 ਦੇ ਵਿੱਚ। 1857 ਦੀ ਜਿਹੜੀ ਕ੍ਰਾਂਤੀ ਸੀ ਉਦੋਂ ਮਤਲਬ ਇਸ ਨੂੰ ਆਪਣਾ ਮੁੱਖ ਆਗੂ ਮੰਨ ਲਿਆ ਸੀ ਕ੍ਰਾਂਤੀਕਾਰੀਆਂ ਨੇ, ਬਹਾਦਰ ਸ਼ਾਹ ਦੂਜਾ ਨੂੰ। ਤੇ ਔਰ ਮਤਲਬ ਅੰਗਰੇਜ਼ਾਂ ਨੇ ਫਿਰ ਇਹਨੂੰ ਹੈ ਨਾ ਹਾਰ ਗਏ ਸੀ ਕਿਸੇ ਕਾਰਨ ਕਰਕੇ, ਇਹ ਕ੍ਰਾਂਤੀ ਮਤਲਬ ਫੇਲ ਹੋ ਗਈ ਸੀ। ਤਾਂ ਫਿਰ ਇਹਨੂੰ ਨਾ 1858 ਦੇ ਵਿੱਚ ਇਹਦੇ ਤੋਂ ਬਾਦਸ਼ਾਹੀ ਖੋਹ ਕੇ ਰੈਂਗੂਨ ਭੇਜ ਦਿੱਤਾ ਸੀ ਬਰਮਾ ਦੇ ਵਿੱਚ। ਉੱਥੇ ਇਹ ਮਤਲਬ 62 ਤੱਕ 1862 ਤੱਕ ਰਿਹਾ ਤੇ ਉੱਥੇ ਹੀ ਇਹਦੀ ਕਬਰ ਬਣੀ ਹੋਈ ਹੈ, ਸਮਾਧੀ ਕਹਿ ਲਓ, ਉੱਥੇ ਹੀ ਬਣੀ ਹੋਈ ਹੈ ਇਹਦੀ, ਮਕਬਰਾ ਕਹਿ ਲਓ, ਉੱਥੇ ਹੀ ਬਣਿਆ ਹੋਇਆ ਰੈਗੂਨ ਦੇ ਵਿੱਚ। ਉੱਥੇ ਇਹਦੀ ਪੈਨਸ਼ਨ ਲਾ ਕੇ ਭੇਜਤਾ ਸੀ, ਬਾਦਸ਼ਾਹੀ ਇਹ ਤੋਂ ਖੋਹ ਲਈ ਸੀ 1858 ਦੇ ਵਿੱਚ। ਸੋ ਬਹਾਦਰ ਸ਼ਾਹ ਦੂਜਾ ਜੀ। 8 ਨੰਬਰ ਪ੍ਰਸ਼ਨ ਜੀ, ਈਸਟ ਇੰਡੀਆ ਕੰਪਨੀ ਨੇ ਸੂਰਤ ਵਿੱਚ ਪਹਿਲੀ ਫੈਕਟਰੀ ਕਿਸ ਮੁਗਲ ਬਾਦਸ਼ਾਹ ਦੀ ਆਗਿਆ ਦੇ ਨਾਲ ਸਥਾਪਿਤ ਕੀਤੀ? ਸੋ ਈਸਟ ਇੰਡੀਆ ਕੰਪਨੀ ਨੇ ਸੂਰਤ ਦੇ ਵਿੱਚ ਪਹਿਲੀ ਫੈਕਟਰੀ ਲਗਾਈ ਸੀ ਜੀ, ਕਿਹੜੇ ਮੁਗਲ ਬਾਦਸ਼ਾਹ ਤੋਂ ਆਗਿਆ ਲਈ ਸੀ? ਜਹਾਂਗੀਰ, ਸ਼ਾਹਜਹਾਂ ਤੋਂ, ਜਹਾਂਗੀਰ, ਔਰੰਗਜ਼ੇਬ ਜਾਂ ਅਕਬਰ। ਇਹ ਜਹਾਂਗੀਰ ਤੋਂ ਲਈ ਸੀ। ਜਹਾਂਗੀਰ ਤੋਂ ਆਗਿਆ ਲੈ ਕੇ ਹੀ ਮਤਲਬ ਈਸਟ ਇੰਡੀਆ ਕੰਪਨੀ ਨੇ ਸੂਰਤ ਵਿੱਚ ਪਹਿਲੀ ਫੈਕਟਰੀ ਲਾਈ ਸੀ 1613 ਦੇ ਵਿੱਚ, ਸੂਰਤ ਦੇ ਵਿੱਚ ਲਗਾਈ ਸੀ ਜਿਹੜੀ। ਇਹ ਪਹਿਲਾ ਅੰਗਰੇਜ਼ ਕੌਣ ਸੀ ਜਿਹਨੇ ਇਹ ਫੈਕਟਰੀ ਜਾਂ ਮਤਲਬ ਫੈਕਟਰੀ ਦਾ ਉਦਘਾਟਨ ਕੀਤਾ ਜਾਂ ਉਹਦੀ ਸ਼ੁਰੂਆਤ ਕੀਤੀ? ਉਹ ਸੀ ਜੀ ਥਾਮਸ ਐਡਵਰਥ। ਇਹਨੇ ਇਹ ਮਤਲਬ ਫੈਕਟਰੀ ਲਾਈ ਸੀ ਜੀ 1613 ਦੇ ਵਿੱਚ। 9 ਨੰਬਰ ਪ੍ਰਸ਼ਨ, ਮਨਸਬਦਾਰੀ ਸਿਸਟਮ ਵਿੱਚ ਮਨਸਬ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ, ਕੀ ਅਰਥ ਹੈ ਇਹਦਾ? ਪਹਿਲੀ ਗੱਲ ਤਾਂ ਇੱਥੋਂ ਕਲੀਅਰ ਹੋ ਗਈ, ਜਿਹੜਾ ਮਨਸਬਦਾਰੀ ਸਿਸਟਮ ਸੀਗਾ ਉਹ ਦੇਖੋ ਅਕਬਰ ਦੁਆਰਾ ਚਲਾਇਆ ਹੋਇਆ ਸੀ। ਉਹਦੇ ਵਿੱਚ ਜਿਹੜਾ ਮਨਸਬ ਸ਼ਬਦ ਹੈ ਉਹਦਾ ਅਰਬੀ ਭਾਸ਼ਾ ਦਾ ਹੈ, ਅਰਬੀ ਭਾਸ਼ਾ 'ਚੋਂ ਲਿਖਿਆ। ਉਹਦਾ ਅਰਥ ਕੀ ਹੈ? ਉਹਦਾ ਪਦਵੀ, ਟੈਕਸ, ਖੇਤੀਬਾੜੀ, ਅਧੀਨ ਜ਼ਮੀਨ ਜਾਂ ਪੁਜਾਰੀ। ਉਹਦਾ ਹੈਗਾ ਸੀ ਜੀ ਅਰਥ ਸੀਗਾ ਉਹਦਾ ਪਦਵੀ, ਮਤਲਬ ਕਿੰਨੇ ਵੱਡੇ ਅਹੁਦੇ 'ਤੇ ਕੰਮ ਕਰਦਾ ਇੱਕ ਸੈਨਿਕ। ਸੈਨਿਕਾਂ ਨੂੰ ਇਹ ਮਤਲਬ ਅਹੁਦੇ ਦਿੱਤੇ ਹੋਏ ਸੀ। ਮਨਸਬਦਾਰ, ਇੱਕ ਮਨਸਬਦਾਰ ਦੇ ਅੰਦਰ ਕਿੰਨੇ ਹੋਰ ਮਨਸਬਦਾਰ ਹੁੰਦੇ ਆ, ਇਸ ਤਰ੍ਹਾਂ। ਸੋ ਇਹ ਕਾਫੀ ਡਿਟੇਲ ਦੇ ਵਿੱਚ ਆਪਾਂ ਅੱਗੇ ਪੜ੍ਹਾਵਾਂਗੇ ਇਹਦੇ ਬਾਰੇ। 10 ਨੰਬਰ ਪ੍ਰਸ਼ਨ ਜੀ,
ਮੁਗਲ ਕਾਲ ਵਿੱਚ ਸਭ ਤੋਂ ਪਹਿਲਾਂ ਕਿਹੜਾ ਯੂਰਪੀਅਨ ਵਪਾਰੀ ਭਾਰਤ ਆਇਆ? ਪੁਰਤਗਾਲੀ, ਡੱਚ, ਔਰੰਗਜ਼ੇਬ, ਅੰਗਰੇਜ਼, ਫਰਾਂਸੀਸੀ। ਸੌਰੀ ਜੀ। ਸੋ ਮੁਗਲ ਕਾਲ, ਜਦੋਂ ਮੁਗਲ ਕਾਲ ਚੱਲ ਰਿਹਾ ਸੀ ਉਸ ਸਮੇਂ ਪਹਿਲਾਂ ਕਿਹੜਾ ਯੂਰਪੀਅਨ ਭਾਰਤ ਆਇਆ ਸੀ ਜੀ? ਪੁਰਤਗਾਲੀ ਆਏ ਸੀ। ਆਪਸ਼ਨ ਨੰਬਰ 1 ਸਹੀ ਹੈ ਜੀ। 1498 ਦੇ ਵਿੱਚ ਦੇਖੋ, 1498 ਦੇ ਵਿੱਚ ਵਾਸਕੋ ਡੀ ਗਾਮਾ ਆਇਆ, ਕੇਰਲ ਦੇ ਵਿੱਚ ਪਹੁੰਚਿਆ ਭਾਰਤ ਦੇ ਵਿੱਚ। ਸੋ ਤੇ ਨਾਲ ਹੀ ਮਤਲਬ ਉਹ ਉੱਥੇ ਕਾਲੀਘਟ ਦੇ ਨੇੜੇ ਰਾਜਾ ਜੁਮੇਰਿਨ ਦੇ ਜਿਹੜਾ ਰਾਜ ਸੀ ਉਹਨੂੰ ਮਿਲਿਆ ਜੀ ਇਹ 1498 ਦੇ ਵਿੱਚ। ਮੁਗਲ ਕਾਲ ਵਿੱਚ ਸਭ ਤੋਂ ਪਹਿਲਾਂ ਕਿਹੜਾ ਯੂਰਪੀਅਨ ਵਪਾਰੀ ਭਾਰਤ ਆਇਆ? ਪੁਰਤਗਾਲੀ। ਆਪਸ਼ਨ ਨੰਬਰ 1 ਸਹੀ ਹੈ ਜੀ। ਫਰੁਖਸੀਆਰ ਕਿਸ ਦੀ ਸਹਾਇਤਾ ਨਾਲ ਗੱਦੀ ਤੇ ਬੈਠਿਆ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੈਯਦ ਭਰਾਵਾਂ ਦੀ ਮਦਦ ਨਾਲ, ਰਫੀ ਉਦ ਦਰਜਾਤ ਦੀ ਸਹਾਇਤਾ ਨਾਲ, ਜ਼ੁਲਫੀਕਾਰ ਦੀ ਸਹਾਇਤਾ ਨਾਲ, ਅਬਦੁਸ ਸ਼ਾਹ ਦੂਜਾ ਦੀ ਸਹਾਇਤਾ ਦੇ ਨਾਲ। ਸੋ ਫਰੁਖਸੀਆਰ ਦਾ ਰਾਜ ਰਿਹਾ ਜੀ ਕਿੰਨੇ ਸਮੇਂ ਤੱਕ ਰਾਜ ਰਿਹਾ? 1713 ਤੋਂ ਲੈ ਕੇ 19 ਤੱਕ ਇਹਨੇ ਰਾਜ ਕੀਤਾ। ਇਹ ਆਪ ਬੜਾ ਡਰਪੋਕ ਜਿਹਾ ਬੰਦਾ ਸੀ। ਇਹਨੇ ਸੈਯਦ ਭਰਾਵਾਂ ਦੀ ਮਦਦ ਦੇ ਨਾਲ ਰਾਜ ਕੀਤਾ। ਇਹਨਾਂ ਭਰਾਵਾਂ ਦੀ ਮਦਦ ਦੇ ਨਾਲ ਹੀ ਇਹ ਗੱਦੀ ਤੇ ਬੈਠਿਆ। ਸੈਯਦ ਭਰਾ ਕੌਣ ਸੀਗੇ? ਇਹਨਾਂ ਦਾ ਪੂਰਾ ਨਾਂ ਸੀ ਜੀ ਅਬਦੁੱਲਾ ਖਾਂ, ਹੁਸੈਨ ਅਲੀ ਖਾਂ। ਇਹਨਾਂ ਨੂੰ ਕਿੰਗ ਮੇਕਰ ਬੋਲਿਆ ਜਾਂਦਾ ਹੈ, ਕਿੰਗ ਮੇਕਰ। ਫਿਰ ਇਹਨਾਂ ਨੇ ਇਸ ਨੂੰ ਮਾਰਤਾ ਸੀ ਜਦੋਂ ਇਹ ਆਪਦੀਆਂ ਮਨਮਾਨੀਆਂ ਕਰਨ ਲੱਗ ਗਿਆ, ਫਿਰ ਇਹਨਾਂ ਨੇ ਇਸ ਨੂੰ ਮਾਰ ਦਿੱਤਾ ਸੀ। ਸੋ ਫਰੁਖਸੀਆਰ ਸੈਯਦ ਭਰਾਵਾਂ ਦੀ ਮਦਦ ਦੇ ਨਾਲ ਗੱਦੀ ਤੇ ਬੈਠਿਆ ਸੀ। ਕਿੰਗ ਮੇਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੈਯਦ ਭਰਾਵਾਂ ਨੂੰ, ਜਿਨ੍ਹਾਂ ਦਾ ਪੂਰਾ ਨਾਂ ਸੀ ਅਬਦੁੱਲਾ ਖਾਂ ਤੇ ਹੁਸੈਨ ਅਲੀ ਖਾਂ। 12 ਨੰਬਰ ਪ੍ਰਸ਼ਨ ਜੀ। ਕਿਸ ਮੁਗਲ ਬਾਦਸ਼ਾਹ ਦੇ ਸਮੇਂ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ? ਮੁਹੰਮਦ ਸ਼ਾਹ ਦੇ ਸਮੇਂ, ਬਹਾਦਰ ਸ਼ਾਹ ਪਹਿਲਾ ਦੇ ਸਮੇਂ, ਬਹਾਦਰ ਸ਼ਾਹ ਦੂਜਾ ਦੇ ਸਮੇਂ, ਰਵੀ ਉਦ ਦਰਜਾਤ ਦੇ ਸਮੇਂ। ਸੋ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ 1739 ਦੇ ਵਿੱਚ, ਉਦੋਂ ਮੁਹੰਮਦ ਸ਼ਾਹ ਦਾ ਰਾਜ ਸੀ ਜੀ। ਮੁਗਲ ਸਮਰਾਟ ਸੀਗਾ ਮੁਹੰਮਦ ਸ਼ਾਹ ਰੰਗੀਲਾ ਵੀ ਬੋਲ ਦਿੰਦੇ ਆ, ਮੁਹੰਮਦ ਸ਼ਾਹ ਰੰਗੀਲਾ। ਸੋ ਮੁਹੰਮਦ ਸ਼ਾਹ ਰੰਗੀਲਾ ਇਹਦੀ ਕੋਈ ਪਤਾ ਨਹੀਂ, ਇਹਨੇ ਆਪਣੇ ਨਾਮ ਦੇ ਨਾਲ ਲਾਇਆ ਹੋਇਆ ਸੀ। ਤੇ ਇਹ 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ। ਇਹਦੇ ਸਮੇਂ ਨਾਦਰ ਸ਼ਾਹ ਉਦੋਂ ਤਖਤੇ ਤਾਊਸ ਤੇ ਕੋਹਿਨੂਰ ਹੀਰਾ, ਦੋ ਚੀਜ਼ਾਂ ਯਾਦ ਰੱਖਿਓ। ਤਖਤੇ ਤਾਊਸ ਜਿਹੜਾ ਸ਼ਾਹਜਹਾਂ ਨੇ ਬਣਾਇਆ ਸੀ, ਤਖਤੇ ਤਾਊਸ ਤੇ ਕੋਹਿਨੂਰ ਹੀਰਾ, ਇਹ ਦੋ ਚੀਜ਼ਾਂ ਆਪਣੀਆਂ ਮਤਲਬ ਆਪਣੇ ਇੱਥੋਂ ਲੈ ਗਿਆ ਸੀ ਭਾਰਤ ਦੇ ਵਿੱਚੋਂ ਆਪਣੇ ਨਾਲ ਜੀ। ਸੋ 13 ਨੰਬਰ ਪ੍ਰਸ਼ਨ ਜੀ। ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਦੇ ਸੁਤੰਤਰ ਰਾਜ ਦੀ ਨੀਂਹ ਕਿਸ ਮੁਗਲ ਸਮਰਾਟ ਦੇ ਸਮੇਂ ਰੱਖੀ? ਔਰੰਗਜ਼ੇਬ ਦੇ ਸਮੇਂ, ਬਹਾਦਰ ਸ਼ਾਹ ਦੂਜਾ ਦੇ ਸਮੇਂ, ਮੁਹੰਮਦ ਸ਼ਾਹ ਰੰਗੀਲਾ ਦੇ ਸਮੇਂ, ਬਹਾਦਰ ਸ਼ਾਹ ਪਹਿਲਾ ਦੇ ਸਮੇਂ। ਸੋ ਨਿਜ਼ਾਮ ਉਲ ਮੁਲਕ ਨੂੰ ਕਲਿਚ ਖਾਂ ਵੀ ਬੋਲਿਆ ਜਾਂਦਾ ਸੀ, ਇਹ ਧਿਆਨ 'ਚ ਰੱਖਿਓ। ਨਿਜ਼ਾਮ ਉਲ ਮੁਲਕ ਹੈ ਜਿਹਨੂੰ, ਮੁਲਕ ਹੈ ਜਿਹੜਾ, ਇਹਨੂੰ ਕਲਿਚ ਖਾਂ ਦੀ ਉਪਾਧੀ ਦਿੱਤੀ ਹੋਈ ਸੀ ਇਸ ਬੰਦੇ ਨੂੰ। ਹੈਦਰਾਬਾਦ ਦੇ ਵਿੱਚ ਸੁਤੰਤਰ ਰਾਜ ਦੀ ਨੀਂਹ ਰੱਖੀ, ਇਹਨੂੰ ਹੈਦਰਾਬਾਦ ਨੂੰ ਸੁਤੰਤਰ ਕਰਿਆ ਸੀ ਇਹਨੇ ਮੁਗਲ ਸਮਰਾਜ ਦੇ ਸਮੇਂ 'ਚ। ਸੋ ਬਹਾਦਰ ਸ਼ਾਹ ਪਹਿਲਾ ਦੇ ਜੀ ਇਹ ਆਪਸ਼ਨ ਨੰਬਰ 4 ਸਹੀ ਆ। ਉਦੋਂ ਬਹਾਦਰ ਸ਼ਾਹ ਪਹਿਲਾ ਦਾ ਰਾਜ ਸੀ। ਬਹਾਦਰ ਸ਼ਾਹ ਪਹਿਲਾ ਕੌਣ ਸੀ? ਔਰੰਗਜ਼ੇਬ ਦਾ ਬੇਟਾ ਸੀ ਮੁਆਜ਼ਮ, ਜਿਹਨੂੰ ਸ਼ਾਹ ਆਲਮ ਦੀ ਉਪਾਧੀ ਦਿੱਤੀ ਹੋਈ ਸੀ। ਇਹਦੇ ਸਮੇਂ ਹੀ ਹੈਦਰਾਬਾਦ ਨੂੰ ਨਿਜ਼ਾਮ ਉਲ ਮੁਲਕ ਨੇ ਸੁਤੰਤਰ ਕਰਤਾ ਸੀ। ਹੁਣ ਇਹ ਕੌਣ ਸੀ ਨਿਜ਼ਾਮ ਉਲ ਮੁਲਕ? ਇਹ ਔਰੰਗਜ਼ੇਬ ਦਾ ਵਜ਼ੀਰ ਹੁੰਦਾ ਸੀ। ਔਰੰਗਜ਼ੇਬ ਦਾ ਜਦੋਂ ਔਰੰਗਜ਼ੇਬ ਦੀ ਡੈਥ ਹੋ ਗਈ 1707 ਦੇ ਵਿੱਚ, ਤਾਂ ਇਹ ਹੈਦਰਾਬਾਦ ਦਾ ਵਜ਼ੀਰ ਸੀ ਉੱਥੋਂ ਦਾ ਰੱਖਿਆ ਹੋਇਆ। ਤਾਂ ਇਹਨੇ ਮਤਲਬ ਬਹਾਦਰ ਸ਼ਾਹ ਪਹਿਲਾਂ ਨੂੰ ਇਗਨੋਰ ਕਰ ਦਿੱਤਾ ਤੇ ਹੈਦਰਾਬਾਦ ਨੂੰ ਸੁਤੰਤਰ ਬਣਾ ਲਿਆ, ਆਪਦੇ ਅਧੀਨ ਕਰ ਲਿਆ। ਸੋ ਅਗਲਾ ਪ੍ਰਸ਼ਨ ਜੀ 14 ਨੰਬਰ। ਮੁਰਸ਼ਿਦ ਕੁਲੀ ਖਾਂ ਨੇ ਕਿਸ ਸੁਤੰਤਰ ਰਾਜ ਦੀ ਨੀਂਹ ਰੱਖੀ? ਮੁਲਤਾਨ, ਬੰਗਾਲ, ਅਵਧ ਜਾਂ ਹੈਦਰਾਬਾਦ? ਸੋ ਇਹ ਬੰਗਾਲ ਦੀ ਨੀਂਹ ਰੱਖੀ ਸੀ ਜੀ ਇਹਨੇ। ਨੀਂਹ ਮਤਲਬ ਸੁਤੰਤਰ ਰਾਜ ਦੀ ਨੀਂਹ ਰੱਖੀ ਸੀ। ਪਹਿਲਾਂ ਇਹ ਮੁਗਲ ਸਾਮਰਾਜ ਦੇ ਅਧੀਨ ਹੁੰਦਾ ਸੀਗਾ ਬੰਗਾਲ। ਮੁਰਸ਼ਿਦ ਕੁਲੀ ਖਾਂ ਨੇ ਮਤਲਬ ਇਹਨੂੰ ਸੁਤੰਤਰ ਕਰ ਲਿਆ ਸੀ, ਆਪਣੇ ਅਧੀਨ ਕਰ ਲਿਆ ਸੀ ਜੀ। ਇਹਨੂੰ ਦੱਖਣ ਦਾ ਟੋਡਰਮੱਲ ਕਿਹਾ ਜਾਂਦਾ, ਇਹ ਧਿਆਨ 'ਚ ਰੱਖਿਓ, ਦੱਖਣ ਦਾ ਟੋਡਰਮੱਲ। ਸੋ ਇਹ ਵੀ ਔਰੰਗਜ਼ੇਬ ਦਾ ਵਜ਼ੀਰ ਹੁੰਦਾ ਸੀ ਜੀ। ਮਤਲਬ ਉਹਦੀ ਮੌਤ ਤੋਂ ਬਾਅਦ ਫਿਰ ਇਹਨੇ ਮਤਲਬ ਬੰਗਾਲ ਨੂੰ ਸੁਤੰਤਰ ਕੀਤਾ ਸੀ।
ਸੋ 15 ਨੰਬਰ ਪ੍ਰਸ਼ਨ ਜੀ, ਅਵਧ ਦੇ ਸੁਤੰਤਰ ਰਾਜ ਦੀ ਨੀਂਹ ਕਿਸ ਨੇ ਰੱਖੀ? ਅਵਧ ਤੇ ਵੀ ਇੱਕ ਵੱਖਰਾ ਸਾਮਰਾਜ ਵੱਖਰਾ ਸੁਤੰਤਰ ਹੋ ਗਿਆ ਸੀ। ਅਵਧ ਵੱਖਰਾ ਰਾਜ ਘਰਾਣਾ ਸਥਾਪਿਤ ਹੋ ਗਿਆ ਸੀਗਾ, ਮੁਗਲਾਂ ਤੋਂ ਅਲੱਗ ਕਰ ਲਿਆ ਗਿਆ ਸੀ ਇਹਨੂੰ। ਨਿਜ਼ਾਮ ਉਲ ਮੁਲਕ, ਮੁਰਸ਼ਦ ਕੁਲੀ ਖਾਂ, ਸਿਆਦਤ ਖਾਂ, ਮੁਜ਼ੱਫਰ ਖਾਂ। ਇਹ ਕੀਤਾ ਸੀ ਸਿਆਦਤ ਖਾਂ ਨੇ ਜੀ। ਆਪਸ਼ਨ ਨੰਬਰ 3 ਸਹੀ ਹੈ ਦੋਸਤੋ। ਫਿਰ ਇਹਦੇ ਵਿੱਚ ਮਰਾਠਿਆਂ ਦੇ ਰੋਲ ਵੀ ਆ ਜਾਂਦੇ ਆ, ਤਾਂਹੀਓ ਤਾਂ ਮੁਗਲ ਸਾਮਰਾਜ ਖਤਮ ਹੁੰਦਾ ਹੋ ਗਿਆ ਸੀਗਾ। ਔਰੰਗਜ਼ੇਬ ਦੇ ਸਮੇਂ ਵੱਡੇ ਸਾਮਰਾਜ ਦੀ ਨੀਂਹ ਹੈਗੀ ਸੀ, ਮਤਲਬ ਕਬਜ਼ੇ 'ਚ ਸੀ ਮੁਗਲ ਸਾਮਰਾਜ। ਫਿਰ ਇਹਦੇ ਵਿੱਚੋਂ ਛੋਟੇ ਛੋਟੇ ਰਾਜ ਮਤਲਬ ਸੁਤੰਤਰ ਹੁੰਦੇ ਗਏ, ਛੋਟੇ ਛੋਟੇ ਰਾਜ ਸੁਤੰਤਰ ਹੁੰਦੇ ਗਏ, ਜਿਵੇਂ ਅਵਧ, ਬੰਗਾਲ, ਐਸੇ ਤਰ੍ਹਾਂ ਹੀ ਹੈ ਨਾ। ਅਤੇ ਫਿਰ ਮਰਾਠਿਆਂ ਦਾ ਵੀ ਕਬਜ਼ਾ ਹੋ ਗਿਆ ਕਿੱਦੇ ਤਾਈਂ। ਫਿਰ ਮਤਲਬ ਹੌਲੀ ਹੌਲੀ ਅੰਗਰੇਜ਼ ਸੀ ਜਿਹੜੇ ਉਹ ਕਾਬਜ਼ ਹੁੰਦੇ ਗਏ ਭਾਰਤ 'ਤੇ। ਫਿਰ ਮਤਲਬ ਅਖੀਰ ਦੇ ਵਿੱਚ ਮਤਲਬ 1858 ਤੱਕ ਜਾਂਦੇ ਜਾਂਦੇ ਮੁਗਲ ਸਾਮਰਾਜ ਜਿਹੜਾ ਬਿਲਕੁਲ ਖਤਮ ਹੋ ਗਿਆ ਸੀ। ਜਿਹੜਾ ਆਖਰੀ ਰਾਜਾ ਸੀ ਮੁਹੰਮਦ ਸ਼ਾਹ ਰੰਗੀਲਾ, ਉਹਨੂੰ ਮਤਲਬ ਰੈਂਗੂਨ ਭੇਜ ਦਿੱਤਾ ਗਿਆ ਸੀ, ਉਹਨੂੰ ਪੈਨਸ਼ਨ ਲਾ ਦਿੱਤੀ ਗਈ ਸੀ, ਰਾਜ ਭਾਗ ਤੋਂ ਸਾਰਾ ਖੋਹ ਲਿਆ ਸੀ। ਫਿਰ ਇਸ ਅਖੀਰ 'ਤੇ ਜਾ ਕੇ ਮੁਗਲ ਸਾਮਰਾਜ ਦਾ ਅੰਤ ਹੁੰਦਾ ਜੀ ਜਾ ਕੇ। ਅਤੇ ਬਹੁਤ ਸਾਰੇ ਪ੍ਰਸ਼ਨ ਹੋਰ ਕਾਫੀ ਰਹਿੰਦੇ ਨੇ, ਆਪਾਂ ਅਗਲੇ ਲੈਕਚਰ ਦੇ ਵਿੱਚ ਲੈ ਕੇ ਆਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵੀਡੀਓ ਨੂੰ ਸ਼ੇਅਰ ਕਰ ਦਿਓ। ਜਿਹੜੇ ਦੋਸਤ ਨਵੇਂ ਨੇ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਾਰੇ ਸਬਸਕ੍ਰਾਈਬ ਕਰਿਓ, ਬੈਲ ਆਈਕਨ ਦਬਾਇਓ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।